ਵੀ ਸਾਨੂੰ ਖਬਰ ਆਈ ਸੀ ਬਈ ਗੁਰਦੁਆਰਾ ਸਾਹਿਬ ਦੇ ਵਿੱਚ ਕੁਕਰਮ ਹੋ ਰਿਹਾ ਹਰ ਸੰਡੇ। ਉਹਨਾਂ ਨੂੰ ਰੰਗੇ ਹੱਥੋਂ ਉਸ ਟਾਈਮ ਫੜਿਆ ਤੇ ਫੜ ਕੇ ਜੋ ਵੀ ਖਾਲਸਾਈ ਤੌਰ ਤੇ ਕਾਰਵਾਈ ਸੀਗੀ ਉਹ ਪੂਰੀ ਹੋਣ ਤੋਂ ਪਹਿਲਾਂ ਹੀ ਦਿੱਲੀ ਕਮੇਟੀ ਦੇ ਪ੍ਰਬੰਧਕ ਜਿਹਨੂੰ ਜਦ ਗੱਲ ਦੱਸੀ ਗਈ, ਜਗਦੀਪ ਸਿੰਘ ਕਾਲੋਂ ਨੇ ਮੇਰੇ ਨਾਲ ਗੱਲ ਕਰਨ ਨੂੰ ਕਿਹਾ ਤੇ ਮੈਂ ਜਦ ਉਹਨਾਂ ਦੇ ਫੋਨ ਤੋਂ ਹੀ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਕਿਹਾ ਬਈ ਅਵਤਾਰ ਸਿੰਘ ਟੈਨਸ਼ਨ ਲੈਣ ਦੀ ਲੋੜ नहीं, ਆਪਾਂ ਹੁਣੇ ਇਹਨਾਂ ਨੂੰ टर्मिनेट कर रहे हैं, डिसमिस कर रहे हैं। जिससे जैसे ही हमें फ़ोन पे पता चलता है कि ये काम हुआ है, इमीडिएट दूसरे फ़ोन पे ऑर्डर किया जाता है। एक फ़ोन पे बात कर रहे हैं अभी, दूसरे पे कि इसकी ड्यूटी बंद कर दीजिए, इसको सस्पेंड कर दिया जाए। अगले दिन 5 तारीख को सोमवार को उसका क्वार्टर खाली किया जाता है और करवा दिया जाता है, और साथ ही साथ डिसिप्लिनरी कमेटी बिठा के उसके ऊपर एक्शन कर लिया जाता है, ताकि ये इंक्वायरी कमेटी अपनी इंक्वायरी की रिपोर्ट देते ही इसको टर्मिनेट करे। ਤੇ ਜਾ ਕੇ ਫਿਰ ਉਸ ਤੋਂ ਬਾਅਦ ਉੱਥੇ ਬੜੀ ਦੇਰ ਉਹਨਾਂ ਨੇ ਬਹੁਤ ਬਦਤਮੀਜ਼ੀ ਦੇ ਨਾਲ ਗੱਲ ਕੀਤੀ। ਬਹੁਤ ਬਦਤਮੀਜ਼ੀ ਦੇ ਨਾਲ ਗੱਲ ਕਰਦਿਆਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਨੂੰ ਲਾਲਚ ਵੀ ਦਿੱਤੇ, ਵੀਡੀਓ ਡਿਲੀਟ ਕਰਨ ਨੂੰ ਕਿਹਾ ਤੇ ਉਹਨਾਂ ਨੇ ਨੌਕਰੀਆਂ ਦੇ ਲਾਲਚ, ਪੈਸਿਆਂ ਦਾ ਲਾਲਚ ਦਿੱਤਾ ਸਾਨੂੰ। जनरल सेक्रेटरी साहब की बात हुई है, जो मेरी बात हुई है वो सारी कैप्चर है, देख लो कि अगर उनको देने की बात की, वो तो 10-10 लाख रख के बात कर रहे हैं। और मैं कहना नहीं चाहता, बंदे को अपना चेहरा भी देखना चाहिए कि मैं क्या हूँ और मैं क्या हरकतें कर रहा हूँ। गुरु का बाड़ा पहन के इतना झूठ, और वो क्यों जो लालच आजकल लोग हैं। ਤੇ ਜਿਹਨੂੰ ਟਰਮੀਨੇਟ ਕਰਨਾ ਚਾਹੀਦਾ ਸੀਗਾ, ਟਰਮੀਨੇਟ ਕਰਨ ਦੀ ਜਗ੍ਹਾ ਸਸਪੈਂਡ ਕੀਤਾ ਹੈ ਸਿਰਫ। बिल्कुल उन लोगों के ऊपर डिसिप्लिनरी एक्शन शुरू हो चुका है और इनको टर्मिनेट करके छोड़ेंगे जिन्होंने गलत काम किया गुरुद्वारा में। हम इसको आज एक्सपेल करते हैं, इसका रेजिग्नेशन एक्सेप्ट करते हैं, तो पब्लिक में या स्टाफ में मैसेज नहीं जाता। मैसेज ये जाना चाहिए कि जो बंदा ऐसे काम करेगा उसके कोई टर्मिनल बेनिफिट्स नहीं मिलेंगे, उसको कोई ग्रेजुटी नहीं मिलेगी, ऐसे बंदे को सीधा गुरुद्वारा कमेटी से उठा के बाहर फेंक दिया जाएगा। मगर इन लोगों को सिस्टम नहीं समझ आता, क्योंकि ये एक सोची समझी साजिश के तहत यहाँ आए थे। ਆਪਾਂ 6 ਤਰੀਕ ਨੂੰ 4 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਸੀਗੇ। ਐਜ਼ ਸਾਨੂੰ ਖਬਰ ਮਿਲੀ ਸੀਗੀ, ਪਹਿਲਾਂ 4 ਹਫ਼ਤੇ ਆਪਾਂ ਨਿਗਾਹ ਰੱਖੀ ਆ ਹਰ ਸੰਡੇ, ਵੀ ਸਾਨੂੰ ਖਬਰ ਆਈ ਸੀ ਬਈ ਗੁਰਦੁਆਰਾ ਸਾਹਿਬ ਦੇ ਵਿੱਚ ਕੁਕਰਮ ਹੋ ਰਿਹਾ ਹਰ ਸੰਡੇ ਠੀਕ 11 ਵਜੇ ਤੋਂ 11:30 ਵਜੇ ਦੇ ਵਿੱਚ। ਤੇ ਆਪਾਂ ਪੂਰੇ ਕਰੈਕਟ ਟਾਈਮ ਤੇ ਆਪਾਂ 4 ਤਰੀਕ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਗਏ ਤੇ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਰੰਗੇ ਹੱਥੋਂ ਫੜਿਆ, ਕਿਉਂਕਿ ਉਸ ਤੋਂ ਪਹਿਲਾਂ ਜਦ ਆਪਾਂ ਨਿਗਾਹ ਰੱਖ ਰਹੇ ਸੀ ਤੇ ਉਦੋਂ ਬਾਹਰੋਂ ਤਾਲਾ ਲੱਗ ਰਿਹਾ ਸੀਗਾ, ਤੇ ਤਾਲਾ ਲੱਗਣ ਤੋਂ ਬਾਅਦ ਆਪਾਂ ਉਹਨਾਂ ਨੂੰ ਅੰਦਰ ਰੰਗੇ ਹੱਥੋਂ ਨਹੀਂ ਫੜ ਸਕਦੇ ਸੀ। ਮੌਕੇ ਨੂੰ ਦੇਖਦੇ ਹਾਂ 4 ਤਰੀਕ ਨੂੰ ਆਪਾਂ ਉੱਥੇ ਗਏ, ਤਾਲਾ ਲੱਗਣ ਤੋਂ ਪਹਿਲਾਂ ਆਪਾਂ ਅੰਦਰ ਵੜ ਗਏ, ਜਿਹਦੇ ਵਿੱਚ ਉਹ ਦੋਵੇਂ ਜਣੇ ਵਸਤਰਹੀਨ ਸੀਗੇ, ਮੈਨੇਜਰ ਬਲਬੀਰ ਸਿੰਘ, ਕਾਂਤਾ ਸੇਵਾਦਾਰ ਨੇ, ਤੇ ਉਹ ਦੋਵੇਂ ਵਸਤਰਹੀਨ ਸੀਗੇ। ਤੇ ਉਹਨਾਂ ਨੂੰ ਰੰਗੇ ਹੱਥੋਂ ਉਸ ਟਾਈਮ ਫੜਿਆ ਤੇ ਫੜ ਕੇ ਜੋ ਵੀ ਖਾਲਸਾਈ ਤੌਰ ਤੇ ਕਾਰਵਾਈ ਸੀਗੀ ਉਹ ਪੂਰੀ ਹੋਣ ਤੋਂ ਪਹਿਲਾਂ ਹੀ ਦਿੱਲੀ ਕਮੇਟੀ ਦੇ ਪ੍ਰਬੰਧਕ ਜਿਹੜੇ ਮੈਨੇਜਰ ਹੈਗੇ ਆ, ਦਿੱਲੀ ਕਮੇਟੀ ਦੇ ਮੈਨੇਜਰ ਜਾਂ ਉਹਨਾਂ ਦੀ ਕਮੇਟੀ ਦੇ ਹੋਰ ਵੀ ਜਿਹੜੇ ਕਮੇਟੀ ਵਾਲੇ ਮੁਲਾਜ਼ਮ ਆ ਗਏ, ਤੇ ਉਹ ਆਉਣ ਤੋਂ ਬਾਅਦ ਤੇ ਸਾਨੂੰ ਉਹਨਾਂ ਨੇ ਰੋਕਿਆ। ਰੋਕਣ ਤੋਂ ਪਿੱਛੋਂ ਫਿਰ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਸਾਰਾ ਮੈਟਰ ਲਿਆ। ਜਗਦੀਪ ਸਿੰਘ ਕਾਲੋਂ ਨੂੰ ਤੇ ਹਰਮੀਤ ਸਿੰਘ ਕਾਲਕਾ ਨੂੰ ਔਨ ਦੀ ਸਪੋਰਟ ਉਹਨਾਂ ਨੇ ਕਾਲ ਕੀਤੀ। ਕਾਲ ਕਰਕੇ ਜਗਦੀਪ ਸਿੰਘ ਕਾਲੋਂ ਨੂੰ ਜਦ ਗੱਲ ਦੱਸੀ ਗਈ, ਜਗਦੀਪ ਸਿੰਘ ਕਾਲੋਂ ਨੇ ਮੇਰੇ ਨਾਲ ਗੱਲ ਕਰਨ ਨੂੰ ਕਿਹਾ ਤੇ ਮੈਂ ਜਦ ਉਹਨਾਂ ਦੇ ਫੋਨ ਤੋਂ ਹੀ ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਕਿਹਾ ਬਈ ਅਵਤਾਰ ਸਿੰਘ ਟੈਨਸ਼ਨ ਲੈਣ ਦੀ ਲੋੜ ਨਹੀਂ, ਆਪਾਂ ਹੁਣੇ ਇਹਨਾਂ ਨੂੰ ਟਰਮੀਨੇਟ ਕਰ ਰਹੇ ਹਾਂ, ਡਿਸਮਿਸ ਕਰ ਰਹੇ ਹਾਂ। ਇਹ ਉਹਨਾਂ ਦੇ ਵਰਡ ਸੀਗੇ ਉਸ ਟਾਈਮ ਤੇ ਆਪਾਂ ਬੈਠ ਕੇ ਇੱਕ ਵਾਰ ਗੱਲ ਕਰਾਂਗੇ। ਤੇ ਮੈਂ ਕਿਹਾ ਕਦੋਂ ਬਹਿਣਾ, ਤੇ ਉਹਨਾਂ ਨੇ ਕਿਹਾ ਬਈ ਮੰਗਲਵਾਰ ਨੂੰ ਬਹਿਨੇ ਆ 6 ਤਰੀਕ ਨੂੰ। ਤੇ ਜਦ ਆਪਾਂ 6 ਤਰੀਕ ਨੂੰ ਗਏ ਤੇ ਜਾ ਕੇ ਫਿਰ ਉਸ ਤੋਂ ਬਾਅਦ ਉੱਥੇ ਬੜੀ ਦੇਰ ਉਹਨਾਂ ਨੇ ਬਹੁਤ ਬਦਤਮੀਜ਼ੀ ਦੇ ਨਾਲ ਗੱਲ ਕੀਤੀ। ਬਹੁਤ ਬਦਤਮੀਜ਼ੀ ਦੇ ਨਾਲ ਗੱਲ ਕਰਦਿਆਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਨੂੰ ਲਾਲਚ ਵੀ ਦਿੱਤੇ, ਵੀਡੀਓ ਡਿਲੀਟ ਕਰਨ ਨੂੰ ਕਿਹਾ ਤੇ ਉਹਨਾਂ ਨੇ ਨੌਕਰੀਆਂ ਦੇ ਲਾਲਚ, ਪੈਸਿਆਂ ਦਾ ਲਾਲਚ ਦਿੱਤਾ ਸਾਨੂੰ। ਤੇ ਬਹੁਤ ਬਦਤਮੀਜ਼ੀ ਦੇ ਨਾਲ ਮੈਂ ਕਹਿੰਦਾ ਬਈ ਉਹ ਹੈੱਡਕੁਆਟਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੇ ਵਿੱਚ ਜਿਹੜਾ ਸਿੱਖਾਂ ਦਾ ਹੈੱਡਕੁਆਟਰ ਹੋਏ, ਤੇ ਉੱਥੇ ਸਿੱਖਾਂ ਦੇ ਨਾਲ ਹੀ ਬਦਤਮੀਜ਼ੀ ਹੋ ਰਹੀ ਹੋਵੇ, ਤੇ ਫਿਰ ਉੱਥੇ ਸਾਨੂੰ ਉਹ ਚੀਜ਼ ਬੜੀ ਹਰਟ ਕੀਤੀ। ਸਾਡੇ ਕੋਲ ਲਾਲਚ ਆਇਆ ਜੀ ਬਈ ਧਮਕੀਆਂ ਦੇ ਨਹੀਂ, ਸਭ ਤੋਂ ਪਹਿਲਾਂ ਲਾਲਚ ਤੇ ਆਹੀ ਆਇਆ ਜੀ ਬਈ ਨੌਕਰੀ ਦਾ, ਬਈ ਆਓ ਤੁਹਾਨੂੰ ਨੌਕਰੀ ਦਿੰਦੇ ਆ, ਮੂੰਹ ਬੋਲੀ ਪੋਸਟ। ਜਗਦੀਪ ਸਿੰਘ ਕਾਲੋਂ ਕੀ ਕੀਤਾ ਗਿਆ ਤਾਂ ਕਿਉਂਕਿ ਉਹਨਾਂ ਨੇ ਸਾਨੂੰ ਜਦ ਆਪਾਂ ਜਿੱਦਾਂ ਹੀ ਐਂਟਰ ਕੀਤੇ ਤੇ ਐਂਟਰ ਕਰਦੇ ਆ ਉਹਨਾਂ ਨੇ ਸਾਨੂੰ ਇਹੀ ਵਰਡ ਬੋਲੇ ਬਈ
ਦੱਸੋ ਤੁਹਾਨੂੰ ਤੇ ਤੁਹਾਡੇ ਜੋ 2 ਬੰਦੇ ਹੈਗੇ ਆ ਭੇਜ ਦਿਓ, ਨੌਕਰੀ ਲਾ ਦਿੰਨੇ ਆ, ਮੂੰਹ ਬੋਲੀ ਪੋਸਟ। तो क्या कोई लालच भी दिया गया है इसके अलावा? ਇਸ ਤੋਂ ਇਲਾਵਾ ਥਰਡ ਪਰਸਨ ਦੇ ਥਰੂ ਸਾਨੂੰ ਲਾਲਚ ਦਿੱਤਾ ਗਿਆ ਵੀ ਵੀਡੀਓ ਡਿਲੀਟ ਕਰ ਦਿਓ, ਅਸੀਂ ਪਿੱਛੋਂ ਸੈਟਿੰਗ ਕਰਵਾ ਦਾਂਗੇ। ਤੇ ਉਹਨਾਂ ਨੇ ਆਪਣੇ ਵੱਲੋਂ ਆਫਰ ਵੀ ਰੱਖੀਆਂ ਤੇ ਥਰਡ ਪਰਸਨ ਪਾਸੋਂ ਸਾਨੂੰ 10 ਲੱਖ ਦਾ ਆਫਰ ਵੀ ਉਹਨਾਂ ਨੇ ਦਿੱਤਾ ਗਿਆ ਬਈ 10 ਲੱਖ ਆਪਾਂ ਤੁਹਾਨੂੰ ਜ਼ਰੂਰ ਦੇਵਾਂਗੇ, ਪਿੱਛੋਂ मैं सेटिंग करवा देना, वीडियो डिलीट कर दो। लेकिन जिस तरीके के आप आरोप लगा रहे हैं, दिल्ली कमेटी की तरफ से अगर सवाल किए जाएंगे तो वो कहेंगे कि अगर उनके पास कोई ऐसे सबूत हैं नौकरी के या पैसे के तो पेश करें, ऐसे कोई सबूत है आपके पास? ਉਹ ਆਪਣਾ ਸੇਫੈਸਟ ਪੁਆਇੰਟ ਦੇਖ ਕੇ ਚੱਲੇ ਆ, ਤਾਂ ਹੀ ਤਾਂ ਉਹਨਾਂ ਨੇ ਥਰਡ ਪਰਸਨ ਨੂੰ ਭੇਜਿਆ। ਜੇ ਉਹਨਾਂ ਨੇ ਸਬੂਤ ਆੜੀ ਉਹ ਗੱਲ ਕਰਨੀ ਹੁੰਦੀ ਬਈ ਉਹਨਾਂ ਨੂੰ ਅਗਰ ਸਬੂਤ ਦਾ ਡਰ ਹੁੰਦਾ ਤੇ ਉਹ ਆਪ ਗੱਲ ਕਿਉਂ ਨਾ ਕਰਦੇ। तो अब क्या इसकी शिकायत श्री अकाल तख्त साहिब को की गई है? ਬਿਲਕੁਲ ਅਸੀਂ ਜਿੰਨਾ ਜਲਦੀ ਹੋ ਸਕਦਾ ਕੱਲ ਪਰਸੋਂ ਜਾਂ ਜਿੰਨਾ ਜਲਦੀ ਹੋ ਸਕਦਾ ਆਪਾਂ ਉੱਥੇ ਜਾਵਾਂਗੇ ਅਕਾਲ ਤਖਤ ਸਾਹਿਬ, ਆ ਸਾਰੀ ਸ਼ਿਕਾਇਤ ਲੈ ਕੇ ਬਈ ਸਾਡੇ ਨਾਲ ਇਦਾਂ ਕਰਕੇ ਇਹਨਾਂ ਨੇ ਵਰਤਾਓ ਕੀਤਾ ਹੈ ਤੇ ਜਿਹਨੂੰ ਟਰਮੀਨੇਟ ਕਰਨਾ ਚਾਹੀਦਾ ਸੀਗਾ, ਟਰਮੀਨੇਟ ਕਰਨ ਦੀ ਜਗ੍ਹਾ ਸਸਪੈਂਡ ਕੀਤਾ ਹੈ ਸਿਰਫ, ਤੇ ਸਸਪੈਂਡ ਕਰਕੇ ਤੇ ਉਹਨੂੰ ਵਾਪਸ ਜੰਮੂ ਭੇਜ ਦਿੱਤਾ। ਉਹ ਮੈਨੇਜਰ ਸੀਗਾ, ਬਜ਼ੁਰਗ ਸੀ ਤੇ ਜੰਮੂ ਦਾ ਸੀਗਾ, ਉਹਦੇ 2 ਸਾਲ ਬਾਕੀ ਬਚੇ ਸੀਗੇ ਬਸ। अब क्या मांग चाहते हैं आप? क्या ਅਸੀਂ ਤੇ ਇਹੀ ਚਾਹੁੰਦੇ ਆ ਜੀ ਜੋ ਕਾਨੂੰਨੀ ਤੌਰ ਤੇ ਕਾਰਵਾਈ 299 ਲੱਗਣੀ ਚਾਹੀਦੀ ਹੈ, 299 ਲੱਗ ਕੇ 3 ਸਾਲ ਦੀ ਇਹਨਾਂ ਨੂੰ ਜੇਲ੍ਹ ਤੇ ਜੋ ਫਾਈਨ ਹੈ ਉਹ ਫਾਈਨ ਇਹਨਾਂ ਨੂੰ ਲੱਗਣਾ ਚਾਹੀਦਾ ਹੈ, ਕਿਉਂਕਿ ਸਾਡਾ ਕਾਨੂੰਨ ਜਿਹੜਾ ਹੈ 299 ਇਹੀ ਕਹਿ ਰਿਹਾ ਬਈ ਅਗਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਉਹਨਾਂ ਨੇ ਕੁਝ ਇਹੋ ਜਿਹੀ ਹਰਕਤ ਕੀਤੀ ਹੈ ਤੇ ਆਬਵੀਅਸ ਜੀ ਗੱਲ ਹੈ 299 ਜਿਹੜੀ ਕਿ 295 ਪਹਿਲਾਂ ਲੱਗਦੀ ਹੁੰਦੀ ਸੀ, ਹੁਣ ਉਹ ਚੇਂਜ ਹੋ ਕੇ 299 ਲੱਗੀ ਹੈ ਤੇ ਜਿਹਦੇ ਵਿੱਚ 3 ਸਾਲ ਦੀ ਜੇਲ੍ਹ ਹੈਗੀ ਹੈ। ਤੇ ਉਹ ਉਹਨਾਂ ਨੂੰ ਹੋਵੇ ਤੇ ਉਹਨਾਂ ਦੇ ਨਾਲ ਫਿਰ ਟਰਮੀਨੇਟ ਵੀ ਕੀਤੇ ਜਾਣ ਉਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਨੌਕਰੀ ਲੱਗੀ ਹੋਈ ਸੀ ਉਹਨਾਂ ਦੀ। दिल्ली पुलिस भी पहुंची थी उस समय जब आपने? ਦਿੱਲੀ ਪੁਲਿਸ ਪਹੁੰਚੀ ਸੀ, ਲੇਕਿਨ ਦਿੱਲੀ ਪੁਲਿਸ ਨੂੰ ਵੀ ਉਸ ਟਾਈਮ ਰੋਕਣ ਦੀ ਕੋਸ਼ਿਸ਼ ਦਿੱਲੀ ਕਮੇਟੀ ਪਾਸੋਂ ਹੀ ਕੀਤੀ ਗਈ। दिल्ली कमेटी में हो रहे हैं, दिल्ली के स्कूलों में हो रहे हैं, इनके मेंबर पकड़े जा रहे हैं, इनके मुलाजम पकड़े जा रहे हैं। उसके बाद इनका कोई हक नहीं रह गया कि ये दिल्ली कमेटी के ऊपर बर्बाद करें। स्कूलों की जायदादें बेचने पे लगा दी हैं, ज़मीनें बेचने पे लगा दी हैं, सरकार को कह रहे हैं ये स्कूल कर लो, ये ज़मीनें ले लो। उनका क्या हक रह गया प्रबंध करने का? दे शुड क्विट इमीडिएटली। अगर ये नहीं करते हैं तो हम अकाल तख्त के ऊपर इनकी शिकायत लेके जाएंगे, सारी बात करेंगे और अकाल तख्त के जथेदार साहब को रिक्वेस्ट करेंगे कि इनके अगेंस्ट सख्त से सख्त एक्शन लें। कि हम एक एम्प्लॉय को बचाने की कोशिश कर रहे हैं। ये वो एम्प्लॉय है जो कुकर्म करते हुए पकड़ा गया और पकड़ते ही संडे वाला दिन था, जिससे जैसे ही हमें फ़ोन पे पता चलता है कि ये काम हुआ है, इमीडिएट दूसरे फ़ोन पे ऑर्डर किया जाता है। एक फ़ोन पे बात कर रहे हैं अभी, दूसरे पे कि इसकी ड्यूटी बंद कर दीजिए, इसको सस्पेंड कर दिया जाए। अगले दिन 5 तारीख को सोमवार को उसका क्वार्टर खाली किया जाता है और करवा दिया जाता है, और साथ ही साथ डिसिप्लिनरी कमेटी बिठा के उसके ऊपर एक्शन कर लिया जा गया, ताकि ये इंक्वायरी कमेटी अपनी इंक्वायरी की रिपोर्ट देते ही इसको टर्मिनेट करे। हम इसको आज एक्सपेल करते हैं, इसका रेजिग्नेशन एक्सेप्ट करते हैं, तो पब्लिक में या स्टाफ में मैसेज नहीं जाता। मैसेज ये जाना चाहिए कि जो बंदा ऐसे काम करेगा उसके कोई टर्मिनल बेनिफिट्स नहीं मिलेंगे, उसको कोई ग्रेजुटी नहीं मिलेगी, ऐसे बंदे को सीधा गुरुद्वारा कमेटी से उठा के बाहर फेंक दिया जाएगा। मगर इन लोगों को सिस्टम नहीं समझ आता, क्योंकि ये एक सोची समझी साजिश के तहत यहाँ आए थे कि ऐसे कल की प्रेस कॉन्फ्रेंस में सब जाहिर हो गया कि सरदार परमजीत सिंह सरना उसको साथ बिठा के प्रेस कॉन्फ्रेंस कर रहे हैं, और यहाँ बाहर निकलते ही उन्होंने उनको फ़ोन भी किया कि हमने अपना काम कर दिया। तो जो ये काम करने के लिए आए थे वो सरदार परमजीत सिंह सरना द्वारा भेजे गए थे, मगर हमारी जिम्मेवारी संगत को बताने की है। बिल्कुल उन लोगों के ऊपर डिसिप्लिनरी एक्शन शुरू हो चुका है और इनको टर्मिनेट करके छोड़ेंगे जिन्होंने गलत काम किया गुरुद्वारे में। सर, उन्होंने आरोप लगाया कि उनको आपने नौकरी और पैसे देने की पेशकश की थी वीडियो डिलीट करने की। देखो, जितनी देर उनके साथ कन्वर्सेशन हुई है वो हमने सारी हमारे सीसीटीवी कैमरे में विद वॉइस कैप्चर हुई है, और 30 बंदे 25-30 बंदे थे, उनके बीच में जो जनरल सेक्रेटरी साहब की बात हुई है, जो मेरी बात हुई है, वो सारी कैप्चर है। देख लो कि अगर उनको देने की बात की, वो तो 10-10 लाख रख की बात कर रहे हैं। और मैं कहना नहीं चाहता, बंदे को अपना चेहरा भी देखना चाहिए कि मैं क्या हूँ और मैं क्या हरकतें कर रहा हूँ। गुरु का बाड़ा पहन के इतना झूठ और वो क्यों
जो लालच आजकल लोग हैं, जब काम धंधे कहीं नहीं होते तो फिर लालच में आ उन्होंने जाए। एक आरोप और लगाया कि ये पहला मामला नहीं है गुरुद्वारा रकाबगंज साहिब में, इससे पहले भी सराय की या शीशगंज साहिब की ऐसे मामले जो है वो सामने आ चुके हैं। उसमें उनके मेंबर ये जो है आरोप लिप्त है। सरदार मनजीत सिंह जीके ने लगाया। मनजीत सिंह जीके आज भी उसी वो जो कहते हैं ना, जैसे गजनी पिक्चर में बंदा भूल जाता था अपनी याद, आज वो भूल चुके हैं कि वो हट चुके हैं प्रधानगी से। अब यहाँ पर चोरियाँ नहीं होती हैं, अब यहाँ पर गलत काम नहीं होते हैं, अब यहाँ पर तुम्हारे घरों से लाए हुए एम्प्लॉय बैठे नहीं हुए, जैसे तुम अपने घरों से एम्प्लॉय लाए थे जो तुम्हारे पे पर्दे डालते हैं। सो मनजीत सिंह जी को ये चाहिए संगत को बताना कि भाई अब 2018 से निकल के 2025 में